ਬਿਲਕੁਲ ਸਰ, ਹਾਂਜੀ ਬੜੀ ਖੂਬਸੂਰਤ ਤੁਸੀਂ ਗੱਲ ਕੀਤੀ ਹੈ। ਮੇਰਾ ਅਗਲਾ ਸਵਾਲ ਸਰ ਤੁਹਾਡੇ ਕੋਲੋਂ ਹੈ, ਇਤਜ਼ਾਜ਼ ਹੁਸੈਨ ਸਾਹਿਬ। ਸਰ, ਬਹੁਤ ਸਾਰੀਆਂ ਸਾਡੀ ਪਿਆਰੀ ਪਿਆਰੀ ਜ਼ੁਬਾਨਾਂ ਹੈਗੀਆਂ ਸਨ ਜਿਹੜੀਆਂ ਹੁਣ ਸਾਡੇ ਵਿੱਚ ਨਹੀਂ ਹੈਗੀਆਂ, ਕਿਉਂਕਿ ਅਸੀਂ ਉਹਨਾਂ ਦਾ ਰੁਝਾਨ ਤੇ ਫਰੋਗ ਨਹੀਂ ਕੀਤਾ। ਹੁਣ ਉਹ ਜ਼ੁਬਾਨਾਂ ਬਿਲਕੁਲ ਖਤਮ ਹੋ ਗਈਆਂ ਨੇ, ਸਾਡੀ ਨਈ ਨਸਲ ਜਿਹੜੀ ਹੈ ਉਹ ਨਹੀਂ ਜਾਣਦੀ ਉਹਨਾਂ ਜ਼ੁਬਾਨਾਂ ਨੂੰ। ਤੇ ਦੌਰੇ ਹਾਜ਼ਰ ਵਿੱਚ ਅਸੀਂ ਕਿਸ ਤਰ੍ਹਾਂ ਆਪਣੀ ਮੌਜੂਦਾ ਜ਼ੁਬਾਨਾਂ ਨੂੰ ਬਚਾ ਸਕਦੇ ਹਾਂ? ਜਿਸ ਤਰ੍ਹਾਂ ਤੁਸੀਂ ਗੋਜਰੀ ਆਪਣੀ ਜ਼ੁਬਾਨ ਦੀ ਗੱਲ ਕਰਦੇ ਪਏ ਸੋ, ਮੇਵਾਤੀ ਔਰ ਗੋਜਰੀ ਵੀ, ਤੇ ਉਹਦੇ ਵਿੱਚ ਕੋਈ ਕਲਾਮ ਐਸਾ ਹੋਏ ਜਿਹੜਾ ਤੁਸੀਂ ਸਾਨੂੰ ਸੁਣਾ ਸਕੋ, ਸਾਡੀ ਨਈ ਨਸਲ ਜਿਹੜੀ ਹੈ ਉਹ ਅਗਾਂਹ ਹੋ ਸਕੇ ਕਿ ਕੋਈ ਕਲਾਮ ਹੈਗਾ ਸੀ ਉਸ ਜ਼ੁਬਾਨ 'ਚ, ਕੋਈ ਸ਼ੇਰ, ਕੋਈ ਕਲਾਮ, ਕੁਝ ਵੀ ਤੁਸੀਂ ਸੁਣਾਉਣਾ ਚਾਹੋ। ਅੱਛਾ, ਇਸ ਕਾਰਨ ਮਾਦਰਸ ਕਰਾਂ ਕਿ ਸ਼ੇਰ ਤੇ ਨਹੀਂ ਮੈਨੂੰ ਆਉਂਦਾ, ਅੱਛਾ, ਲੇਕਿਨ ਇਹ ਵੀ ਕਿ ਅਗਰ ਤੁਸੀਂ ਪੰਜਾਬੀ, ਕਿਉਂਕਿ ਪੰਜਾਬ 'ਚ ਮੈਂ ਤੇ ਜੰਮਿਆ ਪਲਿਆ ਇੱਥੇ ਆ, ਤੇ ਮੈਂ ਪੰਜਾਬੀ ਦਾ ਸਹਾਰਾ ਲੈ ਕੇ ਆਉਣਾ। ਬਿਲਕੁਲ ਸਰ, ਜੇ ਉਹ ਵੀ ਤੁਸੀਂ ਸੁਣਾਉਣਾ ਚਾਹੋ ਤੇ ਕੋਈ ਮਸਲਾ ਨਹੀਂ। ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ, ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਬੋਲ, ਇੱਕ ਰੋਈ ਸੀਤੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਲੈਣ, ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ, ਉੱਠ ਦਰਦਮੰਦਾਂ ਦੇ ਦਰਦਿਆ, ਉੱਠ ਤੱਕ ਆਪਣਾ ਪੰਜਾਬ। ਅੱਜ ਵੇਲੇ ਲਾਸ਼ਾਂ ਡਿੱਠੀਆਂ, ਅੱਜ ਲੋਹੜੀ ਭਰੀ ਚਨਾ, ਅੱਜ ਸਭੇ ਕੈਦੋਂ ਬਣ ਗਏ ਹੁਸਨ ਇਸ਼ਕ ਤੇ ਚੋਰ, ਕਿੱਥੋਂ ਲੱਭ ਕੇ ਲਿਆਈਏ ਅਸੀਂ ਵਾਰਿਸ ਸ਼ਾਹ। ਵਾਰਿਸ ਸ਼ਾਹ ਦੀ ਗੱਲ ਦੇ ਨਾਲ ਕੀਤੀ ਹੈ ਜੀ, ਅਗਰ ਤੁਹਾਡੀ ਇਜਾਜ਼ਤ ਨਾਲ। ਵਾਰਿਸ ਸ਼ਾਹ ਲੱਭ ਜਾਏਗਾ ਕਿ ਨਹੀਂ? ਹਾਂ, ਮੌਜੂਦ ਹੈ, ਬੈਠਾ ਹੈ। ਦਾਨਸ਼ਵਰ ਨਹੀਂ ਮਰਦਾ, ਨਾ ਦਾਨਸ਼ ਮਰਦੀ ਹੈ। ਬਿਲਕੁਲ, ਇਹ ਗੱਲ ਵਾਰਿਸ ਸ਼ਾਹ ਉਹ ਸਦਾ ਹੀ ਜੀਂਦੇ ਨੇ ਜਿੱਦਾਂ ਕੀਤੀਆਂ ਨੇ ਕਮਾਈਆਂ, ਤੇ ਫਿਰ ਮਰਿਆ ਕਿੱਥੋਂ? ਉਹ ਤਾਂ ਮੌਜੂਦ ਹੈ। ਵਾਰਿਸ ਸ਼ਾਹ ਹੀ ਕਹਿੰਦੇ ਨੇ, ਮਸਲਨ ਲੀਡਰਸ਼ਿਪ ਦੇ ਬਾਰੇ 'ਚ ਇੱਕ ਮਿਆਰ ਦਿੰਦੇ ਨੇ, ਸ਼ਾਹ ਸੋਈ ਜੋ ਕਾਲ ਵਿੱਚ ਦੁੱਖ ਕੱਟੇ, ਕੁੱਲ ਪਾਤ ਦਾ ਜੋ ਨਿਗਹਿਬਾਨ ਹੋਵੇ, ਸਾਰੀਆਂ ਇੱਜ਼ਤਾਂ ਦਾ ਪਾਤ ਪੱਤ ਤੋਂ ਹੈ ਜੀ। ਇੱਕ ਮੇਰੀ ਪੱਤ ਰੱਖਿਓ। ਹਾਂ, ਇੱਕ ਗੱਲ ਉਹ ਕਰਦੇ ਨੇ, ਇੱਕ ਦਾਨਸ਼ਮੰਦ ਦੋ ਚੰਦ ਹੋ ਕੇ, ਇੱਕ ਦਾਨਸ਼ਮੰਦ ਦੋ ਚੰਦ ਹੋ ਕੇ, ਨਵਾਂ ਕਰਨ ਸਬੱਬ ਰੋਜ਼ਗਾਰ ਦਾ ਨਹੀਂ। ਮਤਲਬ ਕਿ ਦਾਨਸ਼ਮੰਦ ਉਹ ਕੌਣ ਆਪਣੀਆਂ ਸਲਾਹੀਤਾਂ ਨੂੰ ਦੁੱਗਣਾ ਕਰਕੇ ਤੇ ਇੱਕ ਨਵੇਂ ਰੋਜ਼ਗਾਰ ਦਾ ਸਬੱਬ ਜਿਹੜਾ ਦਾਨਸ਼ਮੰਦ ਉਹਨੂੰ ਕਹਿੰਦੇ ਨੇ, ਕਿ ਜਿਹੜਾ ਦੂਸਰੇ ਲਈ ਆਸਾਨੀਆਂ ਪੈਦਾ ਕਰੇ, ਰੋਜ਼ਗਾਰ ਦੇ ਜ਼ਰਾਏ ਪੈਦਾ ਕਰੇ, ਯਾਨੀ ਇਜਾਦਾਤ। ਹਾਂਜੀ, ਔਰ ਅੱਜ ਦੀ ਦੁਨੀਆ ਇਜਾਦਾਤ ਦੀ ਦੁਨੀਆ ਹੈ, ਸਾਇੰਸੀ ਟੈਕਨੋਲੋਜੀ ਦੀ ਦੁਨੀਆ ਹੈ, ਔਰ ਉਹ ਵਾਰਿਸ ਸ਼ਾਹ ਦੀ ਪਹਿਲੇ ਤੋਂ ਗੱਲ ਕਰਦੇ ਨੇ। ਬਿਲਕੁਲ, ਜਦੀਦ ਦੌਰ ਦੀ ਗੱਲ ਉਹਨਾਂ ਨੇ ਪਹਿਲਾਂ ਹੀ ਕਰ ਤੇ ਮੇਰੇ ਨਾਲ ਮੌਜੂਦ ਨੇ ਮੇਰੇ ਸਾਥੀ ਅੱਜ ਐਸਨ ਅਲੀ ਐਸਨ। ਮੈਨੂੰ ਇਹ ਦੱਸੋ ਕਿ ਅੱਜ ਮਾਦਰੀ ਜ਼ੁਬਾਨ ਦੀ ਜਦੋਂ ਗੱਲ ਹੁੰਦੀ ਪਈ, ਆਲਮੀ ਦਿਨ ਮਨਾਇਆ ਜਾਂਦਾ ਪਿਆ, ਤੇ ਤੁਹਾਡੀ ਮਾਦਰੀ ਜ਼ੁਬਾਨ ਕਿਹੜੀ ਹੈ? ਜੀ, ਸਾਡੀ ਮਾਦਰੀ ਜ਼ੁਬਾਨ ਤੇ ਗੋਜਰੀ ਹੈ। ਅੱਛਾ, ਕਿ ਜਿਹੜੀ ਸਾਡੀ ਮਤਲਬ ਜਿਹੜੀ ਸਾਡੀ ਵਾਲਦਾ ਬੋਲਦੇ ਸਾਂ, ਵਾਲਦ ਬੋਲਦੇ ਸਾਂ, ਜਾਂ ਮੇਰੇ ਨਾਨਕੇ ਜਿਹੜੇ ਬੋਲਦੇ ਸਾਂ, ਉਹ ਗੋਜਰੀ। ਤੁਹਾਡੇ ਜ਼ਾਤੀ ਹਵਾਲੇ ਨਾਲ ਜ਼ਰਾ ਗੋਜਰੀ ਜ਼ੁਬਾਨ 'ਚ ਕੁਝ ਸੁਣਾਓ ਨਾ ਸਾਡੇ ਸਾਹਮਣੇ। ਮੈਂ ਨਾ ਇੱਕ ਇਹ ਜਿਹੜਾ ਨਾ ਲਿਖਿਆ ਇਹਦੇ ਵਿੱਚ, ਮੈਂ ਖੁਦ ਤੇ ਨਹੀਂ ਲਿਖਿਆ, ਲੇਕਿਨ ਕਿਸੇ ਦਾ ਲਿਖਿਆ ਪੜ੍ਹਨਾ, ਗੋਜਰੀ ਆਵਾਜ਼ ਦੇ ਵਿੱਚ ਹੀ ਹੈ ਕਿ ਦਿਲ ਵਿੱਚ ਯਾਰ ਵਸਾਣੋ ਔਖੋ, ਗੁਰਬਤ ਡੰਗ ਟਪਾਣੋ ਔਖੋ, ਖੁਸ਼ੀ ਸੁੱਖ ਗਾਂ ਸਾਰਾ ਸੰਗੀ, ਦੁੱਖ ਵਿੱਚ ਨੇੜੇ ਆਣੋ ਔਖੋ, ਰੁੱਸੇ ਕਦੀ ਸੱਜਣ ਚੰਗੋ, ਉਸ ਨਾਲ ਫਿਰ ਮਨਾਣੋ ਔਖੋ, ਤੇ ਜੇ ਕੋਈ ਦਿਲ ਮਾਂ ਵਸ ਜਾਵੇ, ਉਸ ਨੂੰ ਫਿਰ ਭੁਲਾਣੋ ਔਖੋ। ਬਹੁਤ ਆਲਾ, ਬਹੁਤ ਆਲਾ। ਇਵੇਂ ਦੀ ਆਵਾਜ਼ ਇਹ ਨੁਮਾਇੰਦਾ ਅਦਬੀ ਇਜ਼ਹਾਰ ਹੈ ਪੰਜਾਬ ਦਾ। ਬਿਲਕੁਲ ਸਰ, ਇਸੇ ਤਰ੍ਹਾਂ ਹੀ ਹੈ। ਮੈਂ ਇੱਕ ਲਿਖਿਆ ਜੀ, ਇਹ ਦੋ ਸ਼ੇਰ ਮੈਂ ਸੁਣਾਉਣੇ ਚਾਹੁੰਦਾ। ਅੱਛਾ ਸਰ, ਨਾ ਹੁਣ ਕਿਉਂਕਿ ਟਾਈਮ ਵੀ ਹੋ ਗਿਆ, ਵੇਲਾ ਹੋ ਰਿਹਾ, ਤੇ ਮੁਖਤਸਰ ਤੁਸੀਂ ਨਾ ਇੱਕ ਮਿੰਟ ਦੇ ਵਿੱਚ ਅੱਜ ਦੇ ਇਸ ਆਲਮੀ ਦਿਨ ਦੇ ਹਵਾਲੇ ਨਾਲ ਕੋਈ ਪੈਗਾਮ ਦੇਣਾ ਚਾਹੋ? ਜੀ ਸਰ, ਤੁਸੀਂ ਕੋਈ ਪੈਗਾਮ ਦੇ ਜ਼ੁਬਾਨ ਦੇ ਹਵਾਲੇ ਨਾਲ, ਉਹਦੇ ਫਰੋਗ ਦੇ ਹਵਾਲੇ ਨਾਲ, ਜਾਂ ਕੋਈ ਐਸੀ ਗੱਲ ਜਿਹੜੀ ਤੁਸੀਂ ਸਾਡੇ ਸਾਮੀਨ ਤੱਕ ਪਹੁੰਚਾਉਣਾ ਚਾਹੋ? ਵੇਖੋ, ਮਾਦਰੀ ਜ਼ੁਬਾਨ ਨੂੰ ਬਚਾਉਣ ਦਾ ਇੱਕ ਹੀ ਤਰੀਕਾ ਹੈ ਕਿ ਮਾਦਰੀ ਜ਼ੁਬਾਨ ਦੀ ਸਾਰਿਆਂ ਨਾਲੋਂ ਵੱਡੀ ਢਾਲ ਹੈ ਇਲਮ। ਜਿਸ ਜ਼ੁਬਾਨ ਦੇ ਵਿੱਚ ਇਲਮ ਹੋਵੇਗਾ ਉਹ ਜ਼ੁਬਾਨ ਬਚ ਜਾਏਗੀ, ਜਿਸ ਜ਼ੁਬਾਨ ਦੇ ਵਿੱਚ ਇਲਮ ਤਖਲੀਕ ਨਹੀਂ ਹੋਵੇਗਾ ਉਹ ਜ਼ੁਬਾਨ ਮਾਦੂਮ ਹੋ ਜਾਏਗੀ, ਉਹ ਕੌਮ ਮਾਦੂਮ ਹੋ ਜਾਏਗੀ, ਉਹ ਤਹਿਜ਼ੀਬ ਮਾਦੂਮ ਹੋ ਜਾਏਗੀ। ਠੀਕ ਹੈ, ਸੋ ਇਲਮ ਦੀ ਤਖਲੀਕ ਅਗਰ ਇਸ ਜ਼ੁਬਾਨ ਦੇ ਵਿੱਚ ਕੀਤੀ ਜਾਏ, ਇਸ ਜ਼ੁਬਾਨ ਦੇ ਬੋਲਣ ਵਾਲੇ
ਇਲਮ ਦੀ ਤਖਲੀਕ ਕਰਨ ਤੇ ਜ਼ੁਬਾਨ ਹੁਣ ਦੇ ਦੌਰ ਦੇ ਵਿੱਚ ਤੇ ਹਾਕਮ ਬਣੇਗੀ ਰਹਿਣ ਆਉਣ ਵਾਲੀ ਜਿਹੜੀਆਂ ਸਦੀਆਂ ਨੇ ਉਹਨਾਂ ਦੇ ਵਿੱਚ ਵੀ ਹਾਕਮੀਅਤ ਇਖਤਿਆਰ ਕਰੇਗੀ। ਸੋ ਇਲਮ ਦੀ ਤਖਲੀਕ ਇਸ ਜ਼ੁਬਾਨ ਨੂੰ ਬਚਾਉਣ ਦੀ ਸਾਰੀ ਵੱਡੀ ਢਾਲ ਹੈ। ਜੀ ਸਾਹਿਬ ਤੁਸੀਂ ਇੱਕ ਮਿੰਟ ਆਪਣਾ ਪੈਗਾਮ ਜ਼ਰਾ ਪਹੁੰਚਾਉਣਾ ਚਾਹੋ ਜ਼ੁਬਾਨ ਦੇ ਵਧਾਵੇ ਵਧਾਵੇ ਲਈ। ਇਹਨਾਂ ਦਾ ਮੁਆਸ਼ ਵਾਲਾ ਪੈਗਾਮ ਮੈਂ ਅਕਵਾਮ ਮੁਤੱਹਿਦਾ ਦਾ ਹਵਾਲਾ ਦੇ ਬੈਠਾ ਹਾਂ ਕਿ ਬਿਹਤਰੀਨ ਜ਼ਰੀਆ ਹੁੰਦਾ ਹੈ ਸਿੱਖਣ ਦਾ ਇਲਮ ਮਾਦਰੀ ਜ਼ੁਬਾਨ, ਇਹ ਤੈਅਸ਼ੁਦਾ ਹੋਇਆ ਹੈ ਔਰ ਅਕਵਾਮ ਮੁਤੱਹਿਦਾ ਨੇ ਉਹਨਾਂ ਦੇ ਤਲੀਮੀ ਆਪਣੇ ਪ੍ਰੋਗਰਾਮ 'ਚ ਤੈਅ ਕੀਤਾ ਹੈ। ਸਾਰੇ ਮੁਲਕਾਂ ਨੂੰ ਇਹਦਾ ਆਰਡਰ ਵੀ ਹੈ। ਤੋ ਸਾਨੂੰ ਇਹ ਚਾਹੀਦਾ ਹੈ ਦਾਨਸ਼ਵਰਾਂ ਨੂੰ ਖਾਸ ਤੌਰ 'ਤੇ ਕਿ ਸਾਨੂੰ ਪੰਜਾਬੀ ਦੇ ਜਾਂ ਜਿਹੜੀ ਮਾਂ ਬੋਲੀ ਹੈ ਉਹਦੇ ਫਰੋਗ 'ਚ ਬਿਲਾ ਤਅੱਸੁਬ ਉਹਦੇ 'ਤੇ ਕੰਮ ਕੀਤਾ ਜਾਏ, ਉਹਦੀ ਤਾਰੀਖ ਨੂੰ ਸਮਝਿਆ ਜਾਏ। ਅਸੀਂ ਆਪਣੀ ਤਾਰੀਖ ਨੂੰ ਨਹੀਂ ਸਮਝਦੇ, ਜਿਸ ਤਰ੍ਹਾਂ ਕਿ ਹਾਫਿਜ਼ ਬਰਖੁਰਦਾਰ ਸਾਹਿਬ ਸਰ ਸਿਟੀ ਸੇ ਆਪਣੇ ਔਰ ਬਿਹਤਰੀਨ ਬੜਾ ਵੱਡਾ ਦਾਨਸ਼ਵਰ ਹੈ, ਉਹ ਸਾਨੂੰ ਪਤਾ ਹੀ ਕੋਈ ਨਹੀਂ। ਹਾਂਜੀ, ਕਿਆ ਉਹਦਾ ਕੋਈ ਦਿਨ ਮਨਾਇਆ ਜਾਂਦਾ ਹੈ? ਕਿਆ ਉਹ 'ਤੇ